क्लीयर हो गया कि कोई जहरीला पदार्थ पी के मरिया और वो जहरीले पदार्थ नाल ओदी डेथ हुई है। किसी किस्म के ड्रग नाल ओदी मौत नहीं हुई। कोई दवाई पी के जिहड़ी आपां खेतां 'च स्प्रे करते हैं जिहदा नाम क्लोरो है, वो दवाई पी के ओदी मौत हुई है। और एक गल मैं होर क्लीयर कर देना कि हुण ते 306 100% पक्की है, इट वर्गी पक्की है। कुड़ी दे माँ प्यो भरा ਤੇ ਉਹ ਰਵਦੀਪ ਮੁੰਡਾ ਉੱਥੇ ਤੱਕ ਜਾਣਾ ਸੀ। ਹੁਣ ਕਿਸੇ ਟਾਈਮ ਵੀ ਜਿਹੜੀ ਪੁਲਿਸ ਹੈਗੀ ਹੈ ਉਹ ਧਾਰਾ 306 ਵੀ ਇਸ ਮਾਮਲੇ ਦੇ ਵਿੱਚ ਚਲਾ ਸਕਦੀ ਹੈ। ਪਹਿਲਾਂ ਬੇਅੰਤ ਕੌਰ ਦੇ ਉੱਤੇ ਧਾਰਾ 420 ਲੱਗੀ ਸੀ, ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ 306 ਕਿਉਂ ਨਹੀਂ ਲਾਈ ਗਈ ਤੇ ਹੁਣ 306 ਕਿਉਂ ਲੱਗੂਗੀ? ਦੇਖੋ ਜੀ, ਉਹ ਪੁਲਿਸ ਦੀ ਨਲਾਇਕੀ ਕਹੂੰਗਾ ਮੈਂ ਸ਼ਰਿਆਮ, ਇਹ ਪੁਲਿਸ ਦੀ ਗਲਤੀ ਹੈ। ਮੈਂ ਫਿਰ ਕਹਿਣ ਲੱਗਾ ਕਿ ਜੇ ਮੰਨ ਲਓ ਰੱਬ ਨਾ ਕਰੇ ਲਾਡੀ ਨੇ ਡਰੱਗਸ ਵੀ ਲਏ ਹੁੰਦੇ ਤਾਂ ਵੀ 306 ਲੱਗਣੀ ਸੀ, ਤਾਂ ਵੀ 306 ਲੱਗਣੀ ਸੀ, ਕਿਉਂਕਿ ਉਹ ਹੈਬਚੁਅਲ ਨਸ਼ੇੜੀ ਨਹੀਂ ਸੀ। ਇੱਕ ਗੱਲ ਹੋਰ ਕਲੀਅਰ ਕਰ ਦੇਣਾ, ਅੱਜ ਮੈਂ ਉਹਦਾ ਸਟੇਟਸ ਬਦਲਤਾ ਹੈ। ਪਹਿਲਾਂ ਮੈਂ ਉਹਦਾ ਨਾਂ ਪਾਇਆ ਸੀ ਅੰਤ ਕੌਰ, ਹੁਣ ਮੈਂ ਨਾਂ ਪਾਤਾ ਕਾਤਲ ਅੰਤ ਕੌਰ। ਰਿਸਟ੍ਰਿਕਟ ਦੀ ਐਂਟਰੀ ਇਨ ਐਨੀ ਕੰਟਰੀ, ਠੀਕ ਹੈ ਜੀ। ਮਿਸਰੀਪ੍ਰੈਜ਼ੈਂਟੇਸ਼ਨ ਦ ਗਵਰਨਮੈਂਟ ਅਥਾਰਟੀਜ਼, work permit showing marital status as single, committed suicide। ਲਵਪ੍ਰੀਤ ਨੇ ਸੁਸਾਈਡ ਕਮਿਟ ਕੀਤਾ, ਅਸੀਂ ਪਹਿਲੇ ਦਿਨ ਤੋਂ ਕਲੇਮ ਕਰ ਰਹੇ ਹਾਂ। ਤੇ ਮੈਂ ਬਾਹਰ ਦੀਆਂ ਸਰਕਾਰਾਂ ਨੂੰ ਪੰਜਾਬ ਪੁਲਿਸ ਦੀ ਉਹ ਵੈਬਸਾਈਟ ਦਾ ਲਿੰਕ ਵੀ ਭੇਜਿਆ ਜਿੱਥੋਂ ਉਹ ਆਪਣੀ FIR ਨੂੰ ਡਾਊਨਲੋਡ ਕਰ ਸਕਦੇ ਆ। ਈਵਨ ਮੇਰੇ ਕੋਲ ਜਿਹੜੀ ਬੇਅੰਤ ਕੌਰ ਦੀ ਸਹੇਲੀ ਦੀ ਚੈਟ ਵੀ ਪਹੁੰਚ ਚੁੱਕੀ ਹੈ। ਸਵਾਲ ਲਓ, ਮੈਂ ਕੱਚੀ ਗੱਲ ਕਿਤੇ ਜ਼ਿਆਦਾ ਕਲੋਜ਼ ਨਾ ਕਰਨਾ। ਉਹ ਲੜਕਾ ਹੈਗਾ ਤੇ ਉਹ ਜਿਹੜਾ ਲੜਕਾ ਹੈਗਾ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਉਹਦੀ ਇਨਵੋਲਵਮੈਂਟ ਕਿਤੇ ਸਾਹਮਣੇ ਆ ਰਹੀ ਹੈ। ਇਸ ਕਰਕੇ ਘੜੀਛਿਆ ਜਾ ਸਕਦਾ ਹੈ ਕਿ ਬੇਅੰਤ ਕੌਰ ਦਾ ਸਾਥ ਦੇਣ ਵਾਲਾ ਬੰਦਾ ਉਹੀ ਹੈ, ਤੇ ਜਿਹੜਾ ਬੰਦਾ ਕਿਸੇ ਕ੍ਰਿਮੀਨਲ ਦਾ ਸਾਥ ਦੇਵੇ ਇਮੋਸ਼ਨਲੀ, ਸੋਸ਼ਲੀ, ਫਾਈਨੈਂਸ਼ਲੀ ਜਾਂ ਲੀਗਲੀ, ਮਤਲਬ ਇਲੀਗਲੀ, ਉਹ ਦੋਸ਼ੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਅਮਨ ਮੋਹਨ ਮੋਹਜਾਲ। ਲਵਪ੍ਰੀਤ ਸਿੰਘ ਲਾਡੀ ਖੁਦਕੁਸ਼ੀ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆ ਗਿਆ ਹੈ। ਹੁਣ ਬੇਅੰਤ ਕੌਰ ਜੋ ਉਸ ਦੀ ਪਤਨੀ ਹੈ, ਕੈਨੇਡਾ ਦੀ ਧਰਤੀ ਉੱਤੇ ਰਹਿ ਰਹੀ ਹੈ, ਉਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। 2 ਮਹੀਨਿਆਂ ਬਾਅਦ ਲਵਪ੍ਰੀਤ ਖੁਦਕੁਸ਼ੀ ਮਾਮਲੇ ਦੇ ਵਿੱਚ ਲਵਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਤੇ ਜਿਸ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਲਵਪ੍ਰੀਤ ਦੀ ਮੌਤ ਡਰੱਗ ਲੈਣ ਕਰਕੇ ਹੋਈ ਹੈ, ਪਰ ਹੁਣ ਪੋਸਟਮਾਰਟਮ ਰਿਪੋਰਟ ਕੀ ਕੁਝ ਕਹਿੰਦੀ ਹੈ ਉਹ ਤੁਹਾਨੂੰ ਦੱਸਾਂਗੇ। ਲਵਪ੍ਰੀਤ ਦੇ ਐਡਵੋਕੇਟ ਸੁਨੀਲ ਮੱਲਨ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਮੱਲਨ ਸਾਹਿਬ, ਲਵਪ੍ਰੀਤ ਦੀ 2 ਮਹੀਨਿਆਂ ਬਾਅਦ ਖੁਦਕੁਸ਼ੀ ਦੀ ਰਿਪੋਰਟ ਹੈਗੀ ਹੈ, ਉਹ ਸਾਹਮਣੇ ਆਉਂਦੀ ਹੈ ਪੋਸਟਮਾਰਟਮ ਰਿਪੋਰਟ, ਤੇ ਉਸ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਬੜੇ ਵੱਡੇ ਜਿਹੜੇ ਖੁਲਾਸੇ ਹੋਏ ਨੇ। ਪੋਸਟਮਾਰਟਮ ਰਿਪੋਰਟ ਦੇ ਵਿੱਚ ਕੀ ਤੱਥ ਸਾਹਮਣੇ ਆਏ? ਪੋਸਟਮਾਰਟਮ ਰਿਪੋਰਟ ਵਿੱਚ ਜਿਹੜੀ ਕੈਮੀਕਲ ਰਿਪੋਰਟ ਆਈ ਹੈ ਕਿ ਕੀ ਖਾ ਕੇ ਮਰਿਆ ਜਾਂ ਕੀ ਲਾ ਕੇ ਮਰਿਆ, ਆਪਾਂ ਜੋ ਵੀ ਪੁਰਾਣੀਆਂ ਗੱਲਾਂ ਚੱਲ ਰਹੀਆਂ ਸੀ, ਉਹਦੇ ਵਿੱਚ ਕਲੀਅਰ ਹੋ ਗਿਆ ਕਿ ਕੋਈ ਜ਼ਹਿਰੀਲਾ ਪਦਾਰਥ ਪੀ ਕੇ ਮਰਿਆ ਔਰ ਉਹ ਜ਼ਹਿਰੀਲੇ ਪਦਾਰਥ ਨਾਲ ਉਹਦੀ ਡੈਥ ਹੋਈ ਹੈ, ਨਾ ਕਿ ਕਿਸੇ ਡਰੱਗਸ ਨਾਲ। ਫਿਰ ਮੇਰੇ ਗੱਲ ਧਿਆਨ ਨਾਲ ਸੁਣ ਲੈਣ ਮੇਰੇ ਦਰਸ਼ਕ, ਕਿਸੇ ਕਿਸਮ ਦੇ ਡਰੱਗ ਨਾਲ ਉਹਦੀ ਮੌਤ ਨਹੀਂ ਹੋਈ। ਕੋਈ ਦਵਾਈ ਪੀ ਕੇ ਜਿਹੜੀ ਆਪਾਂ ਖੇਤਾਂ 'ਚ ਸਪਰੇ ਕਰਦੇ ਹਾਂ ਜਿਹਦਾ ਨਾਂ ਕਲੋਰੋ ਹੈ, ਉਹ ਦਵਾਈ ਪੀ ਕੇ ਉਹਦੀ ਮੌਤ ਹੋਈ ਹੈ। ਪਰ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਦੱਸ ਦਿਆਂ, ਇਸ ਗੱਲ 'ਚ ਕਨਫਿਊਜ਼ ਨਾ ਹੋਣ ਕਿ ਕੀ ਤਰੀਕਾ ਕੀ ਸੀ ਮੌਤ ਦਾ। 306 ਅਬੈਟਮੈਂਟ ਟੂ ਸੁਸਾਈਡ ਹੈ। ਰੀਜ਼ਨ ਦੱਸਣਾ ਕਿ ਮੈਂ ਐਕਸ ਬੰਦੇ ਤੋਂ ਦੁਖੀ ਸੀ। ਲਵਪ੍ਰੀਤ ਆਪਣੇ ਸਹੁਰਿਆਂ ਤੋਂ ਦੁਖੀ ਸੀ, ਲਵਪ੍ਰੀਤ ਆਪਣੀ ਵਾਈਫ ਤੋਂ ਦੁਖੀ ਸੀ, ਜਿਹਦੇ ਕਰਕੇ ਉਹਨੇ ਮੌਤ ਨੂੰ ਗਲੇ ਲਗਾਇਆ ਔਰ ਮਰਨ ਲਈ ਉਹਨੇ ਉਹ ਜ਼ਹਿਰੀਲਾ ਮਾਦਾ ਪੀਤਾ, ਜ਼ਹਿਰੀਲਾ ਪਦਾਰਥ ਪੀਤਾ, ਜਿਹਦੇ ਕਰਕੇ ਉਹਦੀ ਮੌਤ ਹੁੰਦੀ ਹੈ। ਅੱਜ ਸਵੇਰੇ 7:45 ਵਜੇ ਮੇਰੀ ਪਰਿਵਾਰ ਨਾਲ ਗੱਲ ਹੋਈ ਹੈ, ਪਰਿਵਾਰ ਨੇ ਮੈਨੂੰ ਪੁਸ਼ਟੀ ਕੀਤੀ ਇਸ ਗੱਲ ਦੀ ਔਰ ਉਹ ਮੈਂ ਮੀਡੀਆ ਦੇ ਸਾਹਮਣੇ ਵੀ ਲਿਆ ਰਿਹਾ ਇਸ ਗੱਲ ਨੂੰ। ਸੋ ਮੈਂ ਕਲੀਅਰ ਦੱਸਦਾ ਕਿ ਰੀਜ਼ਨ ਫਿਰ ਕਹਿ ਰਿਹਾ ਕਿ ਮੌਤ ਦਾ ਰੀਜ਼ਨ ਕੌਣ ਹੈ, ਉਹਦਾ ਤਸੀਹਾ ਕਿ 3 ਸਾਲ ਤੋਂ 2 ਸਾਲ ਤੋਂ ਉਹਨੂੰ ਸੱਦਦੀ ਨਹੀਂ, ਉਹਦੇ ਨਾਲ ਗੱਲ ਨਹੀਂ ਕਰਦੀ, ਉਹਦੇ ਨਾਲ ਕਿਸੇ ਕਿਸਮ ਦਾ ਰਾਬਤਾ ਕਾਇਮ ਨਹੀਂ ਕਰਦੀ। ਸਹੁਰਾ ਪਰਿਵਾਰ ਇੱਥੇ ਅੱਖਾਂ ਸਾਹਮਣੇ ਆਪਣਾ ਜਵਾਈ ਨੂੰ ਸੜਕਾਂ 'ਤੇ ਧੱਕਾ ਖਾਂਦਾ ਵੇਖ ਉਹ ਕੁੜੀ ਨੂੰ ਪ੍ਰੈਸ਼ਰ ਨਹੀਂ ਪਾਉਂਦੇ। 13,80,000 ਰੁਪਈਆ ਲੈ ਕੇ ਕਹਿੰਦੇ ਨੇ, ਕੁੜੀ ਕਹਿੰਦੀ ਹੈ ਕਿ ਮੇਰੇ ਪਿਓ ਨੇ ਦਿੱਤਾ, ਜਦ ਕਿ ਉਦੋਂ ਸਹੁਰਾ ਵੀ ਨਹੀਂ ਸੀ ਬਣਿਆ ਉਹਦਾ, ਕਿਉਂਕਿ ਠਾਕੇ 'ਚ ਸਹੁਰਾ ਨਹੀਂ ਮੰਨਿਆ ਜਾ ਸਕਦਾ, ਪ੍ਰੋਪਰ ਵਿਆਹ ਤੋਂ ਬਾਅਦ ਹੀ ਸਹੁਰਾ ਮੰਨਿਆ ਜਾ ਸਕਦਾ। ਫਿਰ ਮਾਂ ਪਿਓ ਦੇ ਤੂੰ ਪਾਸਪੋਰਟ ਬਣਵਾਉਣੀ ਹੈ, ਜਿਹਦਾ ਪਾਸਪੋਰਟ ਬਣਿਆ ਸੀ। ਜੇ ਮਾਂ ਪਿਓ ਦੇ ਪਾਸਪੋਰਟ ਬਣਦੇ, ਇਹਦਾ ਮਤਲਬ ਮਾਂ ਪਿਓ ਉਹਦੇ ਨਾਲ ਗੱਲਬਾਤ 'ਚ
ਲੱਗੇ ਸੀ, ਉਹਨਾਂ ਦੀ ਰੈਗੂਲਰ ਗੱਲਬਾਤ ਹੁੰਦੀ ਸੀ, ਤਾਂ ਹੀ ਉਹਨੇ ਪਾਸਪੋਰਟ ਬਣਵਾਇਆ। ਨਹੀਂ ਤਾਂ ਜਿਸ ਬੰਦੇ ਕੋਲ ਕਿੱਲਾ ਪੈਲੀ ਹੈ, ਕਹਿੰਦਾ ਮੈਂ ਆਪਣੇ ਪੂਰੇ ਜੀਵਨ 'ਚ ਆਪਣਾ ਘਰ ਕਲੀ ਨਹੀਂ ਕਰਾ ਸਕਿਆ, ਉਹ ਬੰਦੇ ਨੂੰ ਪਾਸਪੋਰਟ ਬਣਾਉਣ ਦੀ ਲੋੜ ਵੀ ਕੀ ਪਈ ਸੀ। ਮਤਲਬ ਸਾਹਿਬ, ਇਸ ਮਾਮਲੇ ਦੇ ਵਿੱਚ ਜਿਹੜੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਉਹਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਕਿ ਜ਼ਹਿਰੀਲਾ ਪਦਾਰਥ ਜਿਹੜਾ ਸੀ ਉਹ ਕਿਹੜਾ ਲਿਆ ਗਿਆ ਜਿਸ ਕਰਕੇ ਲਵਪ੍ਰੀਤ ਦੀ ਮੌਤ ਹੋਈ ਹੈ? ਕਲੋਰੋ ਨਾਮ ਦੀ ਦਵਾਈ ਹੈ ਜਿਹੜੀ ਆਪਾਂ ਖੇਤਾਂ 'ਚ ਛਿੜਕਦੇ ਆ, ਉਹਦੀ ਮਾਤਰਾ ਗਈ ਹੈ। ਪ੍ਰੋਪਰ ਰਿਪੋਰਟ ਮੇਰੇ ਕੋਲ ਸ਼ਾਮ ਤੱਕ ਨਹੀਂ ਤਾਂ ਕੱਲ ਤੱਕ ਆ ਜਾਏਗੀ। ਕੱਲ ਤੱਕ ਆਉਣ ਤੋਂ ਬਾਅਦ ਅਸੀਂ ਪੂਰਾ ਖੁਲਾਸਾ ਕਰਾਂਗੇ ਕਿ ਕਿੰਨੇ % ਪੋਇਜ਼ਨਸ ਮਟੀਰੀਅਲ ਸੀ, ਕਿੰਨਾ ML ਉਹਨੇ ਪੀਤਾ, ਕਿਉਂਕਿ ਉਹ ਬਾਡੀ 'ਚ ਜਿੰਨਾ ਫੈਲਿਆ ਉਹ ਸਾਰਾ ਕੁਝ ਆ ਜਾਂਦਾ ਹੈ। ਬੜੇ ਵਧੀਆ ਸਾਇੰਟਿਸਟ ਨੇ ਸਾਡੇ, ਸੋ ਉਹ ਸਾਰੀਆਂ ਗੱਲਾਂ ਬਸ 1-2 ਦਿਨਾਂ 'ਚ ਉਹਦਾ ਵੀ ਖੁਲਾਸਾ ਕਰਾਂਗੇ। ਔਰ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿੰਦਾ ਕਿ ਹੁਣ ਤੇ 306 100% ਪੱਕੀ ਹੈ, ਇੱਟ ਵਰਗੀ ਪੱਕੀ ਹੈ ਕਿ ਲੱਗੇਗੀ। ਪੁਲਿਸ ਅੱਜ ਲਾ ਦੇਵੇ, ਹੁਣੇ ਘੰਟੇ ਬਾਅਦ ਹੀ ਕੀ ਪਤਾ ਰਿਪੋਰਟ ਆ ਜੇ ਕਿ ਪੁਲਿਸ ਨੇ ਵਾਧਾ ਜੁਰਮ ਕਰ ਦਿੱਤਾ ਹੈ। ਤੇ ਸਾਡਾ ਕੱਲਾ ਵਾਧਾ ਜੁਰਮ ਨਾਲ ਜੀ ਠੰਡਾ ਨਹੀਂ ਹੋਣਾ। ਕੁੜੀ ਦੇ ਮਾਪਿਓ, ਭਰਾ ਤੇ ਉਹ ਰਵਦੀਪ ਮੁੰਡਾ, ਉੱਥੇ ਤੱਕ ਜਾਣਾ ਅਸੀਂ। ਉਹਨਾਂ ਸਾਰਿਆਂ ਨੂੰ ਪਾਰਟੀ ਬਣਾਉਣਾ ਹੈ। ਟਾਈਮ ਆਉਣ ਦਿਓ, ਅਸੀਂ ਛੱਡਣਾ ਨਹੀਂ ਕਿਸੇ ਨੂੰ। ਲੱਗੇ ਹੋਏ ਆ, ਰੋਜ਼ ਫਾਈਲ ਪੜੀ ਦੀ ਹੈ, ਸਾਹਮਣੇ ਮੈਂ ਵਿਖਾ ਦਿੰਦਾ ਦਰਸ਼ਕਾਂ ਨੂੰ ਇਹ ਫਾਈਲ ਮੋਟੀ ਹੋ ਗਈ ਹੈ ਕਾਫੀ। ਪੜ੍ਹਦੇ ਪਏ ਆ, ਸਮਝਦੇ ਪਏ ਆ, ਕਾਗਜ਼ਾਂ ਨੂੰ ਰੋਜ਼ ਖੰਗਾਲਦੇ ਆ। ਔਰ ਟਾਈਮ ਟੂ ਟਾਈਮ ਅਸੀਂ ਇੱਕ ਆਰਟੀ ਵੀ ਪਾਈ SSP ਨੂੰ, ਉਹਦੀਆਂ ਰਸੀਦਾਂ ਵੀ ਲੱਗੀਆਂ ਨੇ ਪਿੱਛੇ ਨਾਲ। ਸੋ ਅਸੀਂ ਲੱਗੇ ਆ ਆਪਣੇ ਕੰਮ ਤੇ, ਮਿਹਨਤ ਕਰਦੇ ਪਏ ਆ। ਉਹ ਤਿਨਕਾ ਪੈਂਦਾ ਪਿਆ ਗਾਗਰ 'ਚ, ਤੇ ਗਾਗਰ 100% ਭਰੇਗੀ। ਤੁਸੀਂ ਦੱਸ ਰਹੇ ਹੋ ਕਿ ਹੁਣ ਕਿਸੇ ਟਾਈਮ ਵੀ ਜਿਹੜੀ ਪੁਲਿਸ ਹੈਗੀ ਹੈ ਉਹ ਧਾਰਾ 306 ਵੀ ਇਸ ਮਾਮਲੇ ਦੇ ਵਿੱਚ ਚਲਾ ਸਕਦੀ ਹੈ। ਪਹਿਲਾਂ ਬੇਅੰਤ ਕੌਰ ਦੇ ਉੱਤੇ ਧਾਰਾ 420 ਲੱਗੀ ਸੀ, ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ 306 ਕਿਉਂ ਨਹੀਂ ਲਾਈ ਗਈ ਤੇ ਹੁਣ 306 ਕਿਉਂ ਲੱਗੂਗੀ? ਦੇਖੋ ਜੀ, ਉਹ ਪੁਲਿਸ ਦੀ ਨਲਾਇਕੀ ਕਹੂੰਗਾ ਮੈਂ ਸ਼ਰੇਆਮ, ਇਹ ਪੁਲਿਸ ਦੀ ਗਲਤੀ ਹੈ। ਕਿਉਂਕਿ ਉਦੋਂ ਵੀ ਬਿਸਰਾ ਰਿਪੋਰਟ ਆਵੇ, ਉਹ ਪਹਿਲੇ ਵਾਲੇ SSP ਬਾਰੇ ਸੁਣਿਆ ਕਿ ਉਹ ਬੜਾ ਹਾਈ ਹੈਡਡ ਬੰਦਾ ਸੀ, ਬੜਾ ਘਮੰਡੀ ਇਨਸਾਨ ਸੀ। ਸੋ ਐਨੀਵੇ ਉਹ ਬਦਲ ਗਿਆ, ਚਲੋ ਉਧਰੋਂ ਕੈਮੀਕਲ ਰਿਪੋਰਟ ਫੇਵਰ 'ਚ ਆ ਗਈ। ਫਿਰ ਮੈਂ ਕਹਿੰਦਾ ਜੇ ਪੁਲਿਸ ਨੇ ਨਹੀਂ ਲਾਈ ਤੇ ਉਹਦੀ ਗਲਤੀ ਹੈ ਪੁਲਿਸ ਦੀ। ਅਬੈਟਮੈਂਟ ਟੂ ਸੁਸਾਈਡ ਹੈ, ਕਾਨੂੰਨ ਦੀ ਕਿਤਾਬ ਤੋਂ ਉੱਤੇ ਕੋਈ ਨਹੀਂ ਹੈ। ਮੈਂ ਵੀ ਕੌਨਫੀਡੈਂਟ ਸੀ ਕਿ ਚੱਲ ਪੁਲਿਸ ਵੇਖ ਲਈਏ ਕਦ ਤੱਕ, ਕਿਉਂਕਿ ਪੁਲਿਸ ਦਾ ਵੀ ਚਿਹਰਾ ਨੰਗਾ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਸਮਾਜ ਨੂੰ ਪਤਾ ਲੱਗੇ ਕਿ ਪੁਲਿਸ ਦੇ ਅੰਦਰ ਵੇਖੋ ਸੁਮੇਧ ਸੈਣੀ ਦੀਆਂ ਹਰਕਤਾਂ ਵੇਖ ਲਓ, ਉਹਨੇ ਈਵਨ ਹਾਈ ਕੋਰਟ ਦੇ ਜੱਜਾਂ ਤੱਕ ਨੂੰ ਡਰਾਇਆ ਸੀ। ਬਾਬੇ ਪੂਲੇ ਨਾਲ ਰਲ ਕੇ ਉਹ ਕੋਰਟ ਝਾਂਜੀ ਸਰ ਦੀ ਕੋਰਟ 'ਚ ਨਿਹੰਗ ਵਾੜਤੇ ਸੀ। ਝਾਂਜੀ ਸਰ ਦੀਆਂ ਕਈ ਰਿਪੋਰਟਾਂ 'ਚ ਲਿਖਿਆ ਹੋਇਆ ਕਿ ਮੈਨੂੰ ਥ੍ਰੈਟ ਹੈ, ਮੈਨੂੰ ਸਭ ਕੁਝ ਹੈ। ਫਿਰ ਵੀ ਸੁਪਰੀਮ ਕੋਰਟ 'ਚੋਂ ਉੱਥੋਂ ਬਲੈਂਕਟ ਬਿੱਲ ਲੈ ਆਉਣੀ, ਇਹ ਕਰਨਾ ਉਹ ਕਰਨਾ। 3 ਬੰਦੇ ਕਿੱਥੇ ਗਏ ਪਤਾ ਹੀ ਨਹੀਂ ਅੱਜ ਤੱਕ। ਸੋ ਪੁਲਿਸ ਡੈਫੀਨੇਟਲੀ ਹਾਈ ਹੈਡਡ ਹੈ। ਸਾਡੇ ਬੜੇ ਅਦਾਲਤ ਦੇ ਫੈਸਲਿਆਂ 'ਚ ਬੜਾ ਸਾਫ਼ ਸੁਥਰਾ ਲਿਖਿਆ ਕਿ ਬੜੀ ਹਾਈ ਹੈਡਡ ਹੈ ਪੁਲਿਸ। ਪਰ ਸਾਨੂੰ ਕੋਰਟ ਤੇ ਪੂਰਾ ਯਕੀਨ ਸੀ, ਵੇਖ ਰਹੇ ਸੀ ਇਹਨਾਂ ਵੱਲ। ਮੈਂ ਫਿਰ ਕਹਿਣ ਲੱਗਾ ਕਿ ਜੇ ਮੰਨ ਲਓ ਰੱਬ ਨਾ ਕਰੇ ਲਾਡੀ ਨੇ ਡਰੱਗਸ ਵੀ ਲਏ ਹੁੰਦੇ ਤਾਂ ਵੀ 306 ਲੱਗਣੀ ਸੀ, ਕਿਉਂਕਿ ਉਹ ਹੈਬਚੁਅਲ ਨਸ਼ੇੜੀ ਨਹੀਂ ਸੀ, ਉਹ ਨਸ਼ੇੜੀ ਹੋਈ ਨਹੀਂ ਸੀ। ਕਿਉਂਕਿ ਮੈਂ ਵੀ ਐਵੇਂ ਮਤਲਬ ਕੱਚਾ ਪੈਰ ਧਰਾਵਾ ਨਹੀਂ ਦਿੰਦਾ। ਜੇ ਮੈਂ ਉਸ ਪਰਿਵਾਰ ਨੂੰ ਮਿਲਿਆ ਤਾਂ ਮੈਂ ਉਸ ਪਿੰਡ 'ਚ ਉਹਦੇ ਬਾਰੇ ਰੇਕੀ ਕੀਤੀ। ਮੇਰੀ ਟੀਮ ਨੇ ਸਾਦੇ ਕੱਪੜਿਆਂ 'ਚ ਜਾ ਕੇ ਬੰਦਿਆਂ 'ਚ ਬਹਿ ਕੇ ਯਾਰ ਮਾੜਾ ਹੋਇਆ ਕੀ ਹੋਇਆ। ਸੋ ਸਾਨੂੰ ਯਕੀਨ ਹੋ ਗਿਆ ਕਿ ਉਹਦੇ ਚਾਚਾ ਜੀ ਜੋ ਅਪੀਲ ਦਲੀਲ ਕਰ ਰਹੇ ਨੇ, ਜੋ ਉਹਦਾ ਪਰਿਵਾਰ ਕਰ ਰਿਹਾ, ਬਿਲਕੁਲ ਸੱਚ ਹੈ। ਔਰ ਕਿਉਂਕਿ ਅਸੀਂ ਕਾਨੂੰਨ ਦੇ ਰਖਵਾਲੇ ਹਾਂ, ਅਸੀਂ ਦੋਸ਼ੀ ਦੇ ਰਖਵਾਲੇ ਨਹੀਂ, ਅਸੀਂ ਚੋਰ ਦੇ ਰਖਵਾਲੇ ਨਹੀਂ, ਅਸੀਂ ਕਿਸੇ ਵੀ ਕੰਪਲੇਨੈਂਟ ਦੇ ਰਖਵਾਲੇ ਨਹੀਂ, ਅਸੀਂ ਕਾਨੂੰਨ ਦੇ ਰਖਵਾਲੇ ਹਾਂ। ਔਰ ਕਾਨੂੰਨ ਦੇ ਵਿੱਚ ਕੋਈ ਗਲਤੀ ਅਸੀਂ ਬਰਦਾਸ਼ਤ ਨਹੀਂ ਕਰਦੇ। ਜੇ ਸਾਹਿਬ ਇਸ ਵਿੱਚ ਸਵਾਲ ਇੱਕ ਵੱਡਾ ਇਹ ਵੀ ਖੜਾ ਹੋ ਰਿਹਾ, ਜਿੱਦਾਂ ਕਿ ਜੋ ਬੇਅੰਤ ਕੌਰ ਹੈਗੀ, ਜਦੋਂ ਉਸ ਧਾਰਾ 420 ਲੱਗੀ ਹੈ ਨਾ, ਤੇ ਮੰਨਿਆ ਜਾ ਰਿਹਾ ਸੀਗਾ ਕਿ ਇਸ ਨਾਲ ਛੇਤੀ ਕਿਤੇ ਡਿਪੋਰਟ ਨਹੀਂ ਕਰੇਗਾ ਕੈਨੇਡਾ ਉਹਨਾਂ ਨੂੰ ਇੱਥੇ, ਹੈ ਨਾ। ਤੇ ਜੇ ਧਾਰਾ 306 ਲੱਗ ਜਾਂਦੀ ਹੈ, ਧਾਰਾ 306 ਲੱਗਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਉੱਤੇ ਕੇਸ ਦੇ ਵਿੱਚ ਵਜ਼ਨ ਹੋਰ ਪਊਗਾ ਤੇ ਕੀ ਉੱਥੋਂ ਦੇ ਡਿਪੋਰਟ ਹੋ ਸਕੇਗੀ ਬੇਅੰਤ ਕੌਰ? ਕੀ ਲੱਗਦਾ ਤੁਹਾਨੂੰ? ਜਿੱਥੋਂ ਤੱਕ ਤੇ ਪਹਿਲਾ ਸਵਾਲ ਦਾ ਜਵਾਬ ਦੇਵਾਂ, 420 'ਚ ਵੀ ਮੈਂ ਲੈ ਆਉਣੀ ਸੀ, ਮੈਂ ਤੇ 752 'ਚ ਵੀ ਲੈ ਆਉਂ। ਮੇਰੀਆਂ ਗੱਲਾਂ ਛੱਡੋ ਤੁਸੀਂ, ਉਹ ਤੇ 420 'ਚ ਵੀ ਆਉਣੀ ਸੀ। ਇੱਕ ਗੱਲ ਹੋਰ ਕਲੀਅਰ ਕਰ ਦੇਣਾ, ਅੱਜ ਮੈਂ ਉਹਦਾ ਸਟੇਟਸ ਬਦਲਤਾ। ਪਹਿਲਾਂ ਮੈਂ ਉਹਦਾ ਨਾਂ ਪਾਇਆ ਸੀ ਅੰਤ ਕੌਰ, ਹੁਣ ਮੈਂ ਨਾਂ ਪਾਤਾ ਕਾਤਲ ਅੰਤ ਕੌਰ। ਹੁਣ ਕਾਤਲ ਅੰਤ ਕੌਰ ਕਲੀਅਰ ਕਹਿ ਰਹੇ ਆ, ਕਾਤਲ ਅੰਤ ਕੌਰ, ਬੇਅੰਤ ਕੌਰ, ਜੋ ਮਰਜ਼ੀ ਕਹਿ ਲਓ ਤੁਸੀਂ, ਪਲੱਸ ਉਹਦਾ ਪਰਿਵਾਰ ਕਾਤਲ ਹੈ। ਅੱਜ ਉਹ ਮਰਡਰਰ ਦੀ ਡੈਫੀਨੇਸ਼ਨ 'ਚ ਆ ਗਏ। ਸੋ ਮੈਂ ਉਹਦੀ ਡੈਫੀਨੇਸ਼ਨ ਅੱਜ ਦੇਤੀ। ਔਰ ਮੈਂ ਕਲੀਅਰ ਕਹਿਣਾ, ਸੁਣ ਲਓ ਮੇਰੀ ਗੱਲ ਧਿਆਨ ਨਾਲ, ਇਹ ਇਕੱਲੀ ਬੇਅੰਤ ਕੌਰ ਮੇਰੇ ਲਈ ਮੁੱਦਾ ਨਹੀਂ ਹੈ। ਮੇਰੇ ਲਈ ਮੁੱਦਾ ਇੱਕ ਮੇਰੇ ਵੀਰ ਨੇ ਆਪਣੀ ਜਾਨ ਦਿੱਤੀ, ਉਸ ਦਾ ਕੱਲ ਨੂੰ ਮੇਰੀ ਕਿਸੇ ਭੈਣ ਨੇ ਦਿੱਤੀ ਹੁੰਦੀ। ਲੜਾਈ ਮੈਂ ਦੋਨਾਂ ਲਈ ਬਰਾਬਰ ਲੜਨੀ ਸੀ। ਔਰ ਇੱਕ ਗੱਲ ਸਾਰੇ ਜਣੇ ਕੰਨ ਖੋਲ ਕੇ ਸੁਣ ਲੈਣ,
ਕੱਲਾ ਕੱਲਾ ਲੈ ਕੇ ਆਉਂਗਾ, ਜਿਹੜਾ ਜਿਹੜਾ ਮੇਰੀ ਟੇਬਲ ਤੇ ਆ ਗਿਆ ਉਹਨੂੰ ਇੰਡੀਆ ਲਿਆਉਂਗਾ ਤੇ ਜੇਲ੍ਹ 'ਚ ਭੇਜੂੰਗਾ। ਇੰਨਾ ਸੌਖਾ ਹੈ ਬੇਅੰਤ ਕੌਰ ਨੂੰ? ਕੈਨੇਡਾ ਦੇ ਲਾ ਕੀ ਕਹਿੰਦੇ ਨੇ, ਉੱਥੋਂ ਦੇ ਕਾਨੂੰਨ ਤੇ ਇੰਡੀਆ ਦੇ ਕਾਨੂੰਨ 'ਚ ਫਰਕ ਹੈਗਾ ਬੜਾ। ਤੇ ਇੱਥੇ ਵੀ ਜਿਹੜੇ ਆਪਾਂ ਜਦੋਂ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤੇ ਬਹੁਤ ਘੱਟ ਹੀ ਅਜੇ ਕੇਸ ਦੇਖਣ ਨੂੰ ਮਿਲਦੇ ਨੇ ਕਿ ਉੱਥੋਂ ਕੁੜੀ ਜਾਂ ਮੁੰਡਾ ਡਿਪੋਰਟ ਹੋ ਕੇ ਅਜੇ ਕੇਸਾਂ ਦੇ ਵਿੱਚ ਇੱਥੇ ਇੰਡੀਆ ਆਏ ਹੋਣ। ਜੀ, ਇਸ ਤਰ੍ਹਾਂ ਹੈ ਕਿ ਹਲੇ ਤੱਕ ਉਹਦੇ ਤੇ ਇੰਡੀਆ ਦੇ ਕਾਨੂੰਨ ਹੀ ਲੱਗਣੇ ਨੇ। ਵੱਧ ਤੋਂ ਵੱਧ ਉੱਥੇ ਅਸਾਈਲਮ ਲੈਣ ਦੀ ਕੋਸ਼ਿਸ਼ ਕਰੀ। 24 ਤਰੀਕ ਨੂੰ ਉਹ ਬਾਰਡਰ ਰੇਂਜ 'ਚ ਵੇਖੀ ਗਈ ਸੀ। 24 ਤਰੀਕ ਵਾਲੇ ਕਿਹੜੀ ਬਾਰਡਰ ਰੇਂਜ ਦੇ ਵਿੱਚ? ਮਤਲਬ ਉੱਥੇ ਕੈਨੇਡਾ ਜਿੱਥੇ ਰਿਫਿਊਜੀ ਅਪਲਾਈ ਕਰਨਾ ਸੀ ਜਾਂ ਉਹਨੇ ਅਸਾਈਲਮ ਵਾਸਤੇ ਅਪਲਾਈ ਕਰਨਾ ਸੀ, ਸੋ ਉਹ ਉੱਥੇ ਕਿਤੇ ਦੇਖੀ ਗਈ ਸੀ। ਸਾਡੇ ਕਿਸੇ ਸੱਜਣ ਨੇ ਸਾਨੂੰ ਸੂਚਨਾ ਭੇਜੀ। ਮੈਂ ਕਿਹਾ ਕੋਈ ਗੱਲ ਨਹੀਂ, ਜੋ ਉਹਦਾ ਲੀਗਲ ਰਾਈਟ ਹੈ ਉਹਨੂੰ ਐਕਸਰਸਾਈਜ਼ ਕਰ ਲੈਣ ਦਿਓ, ਉਹਦੇ 'ਚ ਉਹਨੂੰ ਹਾਰ ਲੈਣ ਦਿਓ। ਉਹਦੀ ਹੁਣ ਤੋਂ ਜਿਹੜੀ ਕਮਾਈ ਹੈ ਉਹ ਵਕੀਲਾਂ ਕੋਲ, ਥਾਣਿਆਂ 'ਚ, ਸਟ੍ਰੈਸ 'ਚ ਜਾਣੀ ਹੈ। ਤੇ ਮੈਂ ਇੱਕ ਭਾਜੀ ਮੋਹਨ ਜੀ, ਮੈਂ ਇੱਕ ਬੜੀ ਕਲੀਅਰ ਗੱਲ ਕਹਿਣਾ, ਹਾਲਾਤ ਇਹੋ ਜਿਹੇ ਹੋ ਜਾਣੇ ਕਿ ਉਹ ਬੇਬਸ ਹੋ ਕੇ ਉਹ ਆਪ ਆਏਗੀ ਇੰਡੀਆ 'ਚ। ਮੈਂ ਕਹਿੰਦਾ ਚਲੋ ਇੰਡੀਆ ਦੀ ਸਰਕਾਰ ਨਹੀਂ ਬੁਲਾ ਸਕਦੀ, ਮੈਂ ਵੀ ਨਲਾਇਕ ਵਕੀਲ ਹਾਂ, ਮੈਨੂੰ ਲਾਇਕ ਵਕੀਲ ਸਮਝੋ ਹੀ ਨਾ। ਪਰ ਹਾਲਾਤ ਇਹੋ ਜਿਹੇ ਟਾਈਟ ਹੋ ਜਾਣਗੇ ਕਿ ਉਹ ਕਹੇਗੀ ਕਿ ਨਹੀਂ, ਮੈਂ ਜਾ ਕੇ ਆਪਣਾ ਟਰਾਇਲ ਫੇਸ ਕਰ ਲਵਾਂ, ਮੈਂ ਆਪਣੀ ਪ੍ਰੋਸੀਕਿਊਸ਼ਨ ਫੇਸ ਕਰ ਲਾਂ, ਜੋ ਵੀ ਮੈਨੂੰ ਸਜ਼ਾ ਮਿਲਣੀ ਹੈ ਜਾਂ ਮੈਂ ਬਰੀ ਹੋਣਾ ਹੈ। ਆਪਾਂ ਤੇ ਔਨ ਮੈਰਿਟ ਲੜਨਾ, ਆਪਾਂ ਇਹ ਨਹੀਂ ਕਹਿੰਦੇ ਮੈਂ ਉਹਨੂੰ ਫਾਂਸੀ ਤੇ ਲਵਾ ਦੇਣਾ। ਬਟ ਮੈਂ ਇਹ ਬੜੀ ਕਲੀਅਰ ਗੱਲ ਕਹਿਣਾ ਕਿ ਉਹ ਟਰਾਇਲ ਨੂੰ ਫੇਸ ਕਰਨਾ ਇੰਪੋਰਟੈਂਟ ਸਮਝੋ। ਇਸ ਮਾਮਲੇ 'ਚ ਇੱਕ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਆਮ ਤੌਰ ਤੇ ਮੰਨਿਆ ਜਾਂਦਾ ਕਿ ਖੁਦਕੁਸ਼ੀ ਕਰਨਾ ਵੀ ਇੱਕ ਆਪਣੇ ਆਪ ਦੇ ਵਿੱਚ ਅਪਰਾਧ ਹੈਗਾ, ਤੇ ਜੇ ਲਵਪ੍ਰੀਤ ਨੇ ਖੁਦਕੁਸ਼ੀ ਕੀਤੀ ਹੈ ਤਾਂ ਉਸ ਨੂੰ ਵੀ ਜੇ ਕਾਨੂੰਨ ਦੀ ਨਜ਼ਰਾਂ ਨਾਲ ਦੇਖਿਆ ਜਾਏਗਾ ਉੱਥੇ, ਤਾਂ ਉਸ ਨੂੰ ਇੱਕ ਅਪਰਾਧ ਕਾਊਂਟ ਕੀਤਾ ਜਾਏਗਾ। ਉਸ ਮਾਮਲੇ ਦੇ ਵਿੱਚ ਜੇ ਲਵਪ੍ਰੀਤ ਇੱਥੇ ਡਿਪੋਰਟ ਹੋ ਕੇ ਆ ਵੀ ਜਾਂਦੀ ਹੈ ਤੇ ਇੱਥੇ ਬੇਅੰਤ ਕੌਰ ਆ ਜਾਂਦੀ ਹੈ ਇੱਥੇ, ਤੇ ਉੱਥੇ ਕੇਸ ਨੂੰ ਵੀ ਆਪਣਾ ਕਹਿ ਸਕਦੇ ਹਾਂ ਕਿ ਉਹਦੀ ਕੇਸ ਲੜਦੀ ਇੱਥੇ ਆ ਕੇ, ਤੇ ਤੁਹਾਨੂੰ ਕੀ ਲੱਗਦਾ ਕਿ ਜਦੋਂ ਕੋਰਟ ਦਾ ਫੈਸਲਾ ਆਊਗਾ ਤੇ ਅਜਿਹਾ ਕਿਹੜਾ ਪੁਆਇੰਟ ਹੈਗਾ ਜਿਹੜਾ ਬੇਅੰਤ ਕੌਰ ਦੇ ਵਿਰੁੱਧ ਜਾ ਸਕਦਾ ਤੇ ਉਸ ਨੂੰ ਸਖਤ ਸਜ਼ਾ ਹੋ ਸਕਦੀ ਹੈ? ਡੇ 1 ਤੋਂ ਇੱਕ ਈਵੈਂਟ ਚੈੱਕ ਕਰ ਲਓ। ਪਰਿਵਾਰ ਨਾਲ ਕਮਿਊਨੀਕੇਸ਼ਨ, ਸਹੁਰੇ ਪਰਿਵਾਰ ਨਾਲ ਕਮਿਊਨੀਕੇਸ਼ਨ। 4 ਮਹੀਨੇ ਦੀ ਤੈਨੂੰ ਛੁੱਟੀ ਆ, ਤੂੰ 10 ਦਿਨ ਲਈ ਬੜੀ VVIP ਬਣ ਕੇ ਆਉਂਦੀ ਹੈ। ਕਰਦੀ ਕੀ ਉੱਥੇ ਭਾਂਡੇ ਹੀ ਮਾਂਜਦੀ ਹੈ ਕਿਤੇ ਹੋਟਲ ਰੈਸਟੋਰੈਂਟ 'ਚ, ਹੋਰ ਕੀ ਕਰਦੀ ਪਈ? ਉਹ DC ਥੋੜੀ ਲੱਗ ਗਈ ਹੈ ਜਾ ਕੇ, ਤੇ ਆਪਣੇ ਆਪ ਨੂੰ ਸ਼ੋਅ ਕਰਦੀ ਹੈ ਮੈਂ ਕੈਨੇਡਾ ਤੋਂ ਆ ਗਈ ਹਾਂ। ਤੇ ਕੈਨੇਡਾ ਜਾ ਕੇ ਕਿਹੜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਕੀਤੀ ਨਾ ਉਹਨੇ ਬੇਅੰਤ ਕੌਰ ਨੇ ਕਿ ਜਾ ਲਵਪ੍ਰੀਤ ਤੂੰ ਕਰਨੀ ਖੁਦਕੁਸ਼ੀ ਕਰ ਲੈ। ਡੈਫੀਨਿਟਲੀ ਕੀਤੀ ਹੈ, ਹੈਗੀ ਹੈ ਚੈਟ 'ਚ ਸਾਡੇ ਕੋਲ। ਉਹਨੇ ਉਹਨੂੰ ਪ੍ਰਵੋਕ ਕੀਤਾ ਔਰ 6 ਵਾਰ ਕੀਤਾ। ਮੈਂ ਗਿਣਤੀ ਗਿਣ ਰਿਹਾ, 6 ਤੋਂ 7 ਵਾਰ ਕੀਤਾ। ਮੇਰੇ ਜੂਨੀਅਰ ਨੇ ਚੈਟ ਪੜ੍ਹੀ ਹੈ, ਮੈਨੂੰ ਉਹਨਾਂ ਨੇ ਦਿਖਾਈ ਹੈ, ਅਸੀਂ ਮਾਰਕ ਕੀਤੇ ਨੇ। ਮੈਂ ਪਬਲਿਕ ਦੇ ਸਾਹਮਣੇ ਸ਼ਾਰਟ ਦਿਖਾ ਦਿੰਦਾ, ਬਹੁਤ ਹੀ ਨੇੜੇ ਉਹਨਾਂ ਲੈਣਾ ਸਰ, ਕਿਉਂਕਿ ਇੱਕ ਜਦੋਂ ਮੌਕਾ ਆਏਗਾ ਮੈਂ ਪਬਲਿਕ 'ਚ ਵੀ ਇਹ ਸੂਚਨਾ ਤੁਹਾਨੂੰ ਸਕੈਨ ਕਾਪੀਆਂ ਦੇ ਦਿਆਂਗਾ। ਆ ਰਹੀ ਮੇਰੀ ਟਰਾਂਸਲੇਸ਼ਨ ਜਿਹੜੀ FIR ਦੀ ਅਸੀਂ ਕੀਤੀ ਹੈ ਕੰਪਲੀਟ, ਜਿਹੜੀ ਫੋਰਨ 'ਚ ਅਸੀਂ ਭੇਜ ਚੁੱਕੇ ਹਾਂ, ਜਿਹੜੀ ਫੋਰਨ 'ਚ ਆਫੀਸ਼ੀਅਲੀ ਡਾਕ ਜਾ ਰਹੀ ਹੈ ਉਹਦੀ ਉਹ ਚੀਜ਼। ਆਹ ਦੇਖੋ ਚੈਟ, ਤੁਹਾਨੂੰ ਮੈਂ ਦਿਖਾਣਾ, ਨਿਸ਼ਾਨੀਆਂ ਲੱਗੀਆਂ। ਆਹ ਦੇਖੋ ਸਟਾਰ ਲਾਏ ਅਸੀਂ ਕੱਲਾ ਵਰਕਾ ਪੜਿਆ ਸਰ, 600-700 ਪੇਜ ਪੜਿਆ ਔਰ ਕਈ ਦਿਨ ਲਾਏ ਨੇ। ਤੁਹਾਨੂੰ ਮੈਂ ਦਿਖਾਣਾ, ਅਸੀਂ ਹਾਈਲਾਈਟ ਤੱਕ ਕੀਤੇ ਨੇ। ਅਸੀਂ ਸ਼ਿਓਰ ਹਾਂ, ਆਹ ਦੇਖੋ ਹਾਈਲਾਈਟ ਕੀਤੇ। ਅਸੀਂ ਸ਼ਿਓਰ ਹਾਂ ਉਹਦੀ ਅਬੈਟਮੈਂਟ ਜਿਹੜੀ ਹੈ, ਅਬੈਟਮੈਂਟ ਕਲੀਅਰ ਕੱਟ ਪ੍ਰੂਵ ਹੁੰਦੀ ਹੈ। ਔਰ ਇਹ ਚੈਟ ਮੈਂ ਆਪਣੇ ਕੋਲੋਂ ਨਹੀਂ ਦਿੱਤੀ, ਪੁਲਿਸ ਡਿਪਾਰਟਮੈਂਟ ਨੇ ਲਵਪ੍ਰੀਤ ਦਾ ਫੋਨ ਜਦੋਂ ਅਸੀਂ ਸਰੈਂਡਰ ਕੀਤਾ ਉਹਦੇ ਵਿੱਚੋਂ ਰਿਵਾਈਵ ਕੀਤੀ ਹੈ। ਔਰ ਜਦੋਂ ਪੁਲਿਸ ਰਿਵਾਈਵ ਕਰਦੀ ਹੈ ਕਿਸੇ ਚੀਜ਼ ਨੂੰ, ਤੇ ਪੁਲਿਸ ਨੇ ਬਤੌਰ ਐਵੀਡੈਂਸ ਆਪਣੇ ਸਟੈਂਪ ਸਿਗਨੇਚਰ ਅੰਦਰ ਫਰਦ ਇਨਸਾਫ ਨਾਲ, ਫਰਦ ਮਕਬੂਜਾ ਨਾਲ ਕਬਜ਼ੇ 'ਚ ਲੈ ਕੇ ਮਾਨਯੋਗ ਅਦਾਲਤ ਅੱਗੇ ਰੱਖਣਾ ਹੈ। ਇਹ ਲੋ ਅਗਲੀ ਚੈਟ, ਕਿੱਥੇ ਤੱਕ ਦੌੜੇਗੀ? ਅੱਗੇ ਚੱਲ ਪੈਂਦੇ ਆ। ਇਹ ਸਾਰੀਆਂ ਚਿੱਠੀਆਂ ਜਿਹੜੀਆਂ ਮੈਂ 50 ਤੋਂ 100 ਕਹਿ ਸਕਦੇ ਹੋ ਤੁਸੀਂ, ਇੰਡੀਆ ਦੀਆਂ ਐਮਬੈਸੀਆਂ ਜਿਹੜੀਆਂ ਫੋਰਨ 'ਚ ਨੇ, ਫੋਰਨ ਦੀਆਂ ਐਮਬੈਸੀਆਂ ਜਿਹੜੀਆਂ ਇੰਡੀਆ 'ਚ ਨੇ, ਪਲੱਸ ਫੋਰਨ ਦੇ ਉਹ ਡਿਪਾਰਟਮੈਂਟ ਜਿਹੜੇ ਵੀ ਰਿਲੇਟ ਕਰਦੇ ਨੇ ਇਸ ਇਮੀਗ੍ਰੇਸ਼ਨ ਨਾਲ, ਇਹ ਫੋਰਨ 'ਚ ਚਿੱਠੀਆਂ ਈਵਨ ਸਾਨੂੰ ਫੋਰਨ ਦੇ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ, ਖਾਸ ਕਰਕੇ ਵੀ ਕਿਸੇ ਵੀ ਕੰਟਰੀ, ਈਵਨ ਨੇਪਾਲ ਭੂਟਾਨ 'ਚ ਵੀ ਅਸੀਂ ਪਾਈ ਹੈ ਕਿ ਜੇ ਕਿਤੇ ਉੱਥੇ ਲੈਂਡ ਕਰੇ ਤੇ ਉੱਥੋਂ ਪੈਦਲ ਐਂਟਰੀ ਕਰਨ ਦੀ ਕੋਸ਼ਿਸ਼ ਕਰੇ, ਉੱਥੇ ਵੀ ਫੜੀ ਜਾਵੇ। ਸੋ ਬਚਾਅ ਕਿਤੇ ਨਹੀਂ ਹੋਣਾ। ਪਰ ਇਹ ਮੰਨਿਆ ਜਾ ਰਿਹਾ ਕਿ ਬੇਅੰਤ ਕੌਰ ਅਮਰੀਕਾ ਜਾ ਸਕਦੀ ਹੈ, ਉੱਥੋਂ ਦੀ ਕੈਨੇਡਾ ਤੋਂ ਮੂਵ ਹੋ ਸਕਦੀ ਹੈ। ਮੈਂ ਟੈਕਨੀਕਲ ਭਾਸ਼ਾ 'ਚ ਦੱਸ ਦਿੰਦਾ, ਰੈੱਡ ਫਲੈਗਿੰਗ ਕਹਿੰਦੇ ਆ। ਰੈੱਡ ਫਲੈਗ ਕਿਸੇ ਵੀ ਲੀਡਿੰਗ ਕੰਟਰੀ 'ਚ, ਸਿੰਗਾਪੁਰ, ਆਸਟ੍ਰੇਲੀਆ, ਮਲੇਸ਼ੀਆ, ਕਿਤੇ ਜਾਣ ਲੱਗੇਗੀ, ਰੈੱਡ ਫਲੈਗ ਉਹਦੀ ਫਾਈਲ ਨਾਲ ਲੱਗ ਚੁੱਕਾ ਹੈ। ਏਅਰਪੋਰਟ ਤੇ ਫੜੀ ਜਾਏਗੀ, ਉੱਥੋਂ ਡੀਪੋਰਟ ਕਰਨ ਦਾ ਖਰਚਾ ਵੀ ਇਹਨੂੰ ਪੇ ਕਰਨਾ ਪਏਗਾ। ਇਹ ਉਹ ਮਜ਼ਾਕ ਨਾ ਸਮਝੇ।
ਔਰ ਬਲੈਕ ਕਿਸ ਆਧਾਰ ਦੇ ਉੱਤੇ ਲੱਗਿਆ? ਰੈੱਡ ਫਲੈਗ ਜਿਹੜੀਆਂ ਮੈਂ ਚਿੱਠੀਆਂ ਕੱਢੀਆਂ ਨੇ ਔਰ ਦੱਸਿਆ ਇਹ FIR ਇਹਦੇ ਤੇ ਹੋਈ ਆ 420 ਦੀ, ਔਰ ਸ਼ੀ ਇਜ਼ ਵਾਂਟਡ ਫॉर ਅ ਪ੍ਰੋਸੀਕਿਊਸ਼ਨ ਇਨ ਇੰਡੀਆ। ਮੈਂ ਈਵਨ ਆ ਦੇਖੋ ਤੁਹਾਨੂੰ ਚਲੋ ਦਿਖਾ ਹੀ ਦਿੰਦਾ ਥੋੜਾ ਜਿਹਾ, ਉੱਤੇ ਮੈਂ ਲਿਖਿਆ ਲਾਲ ਰਿਸਟ੍ਰਿਕਟ ਹਰ ਐਂਟਰੀ, ਠੀਕ ਹੈ ਜੀ, ਰਿਸਟ੍ਰਿਕਟ ਦੀ ਐਂਟਰੀ ਇਨ ਐਨੀ ਕੰਟਰੀ, ਠੀਕ ਹੈ ਜੀ, misrepresentation the government authorities, work permit showing marital status as single, committed suicide। ਲਵਪ੍ਰੀਤ ਨੇ ਸੁਸਾਈਡ ਕਮਿਟ ਕੀਤਾ, ਅਸੀਂ ਪਹਿਲੇ ਦਿਨ ਤੋਂ ਕਲੇਮ ਕਰ ਰਹੇ ਹਾਂ। ਤੇ ਮੈਂ ਬਾਹਰ ਦੀਆਂ ਸਰਕਾਰਾਂ ਨੂੰ ਪੰਜਾਬ ਪੁਲਿਸ ਦੀ ਉਹ ਵੈਬਸਾਈਟ ਦਾ ਲਿੰਕ ਵੀ ਭੇਜਿਆ ਜਿੱਥੋਂ ਉਹ ਆਪਣੀ FIR ਨੂੰ ਡਾਊਨਲੋਡ ਕਰ ਸਕਦੇ ਆ। ਸਾਹਿਬ ਇਹ ਕਨਫਰਮ ਹੋ ਗਿਆ ਕਿ ਵਰਕ ਪਰਮਿਟ ਦੇ ਉੱਤੇ ਉਸਨੇ ਆਪਣੇ ਆਪ ਨੂੰ ਸਿੰਗਲ ਸ਼ੋ ਕੀਤਾ? 100% ਜੀ, 100%। ਬਾਕੀ ਇਹਦੇ ਵੀ ਕਾਗਜ਼ ਬਸ ਹੋਰ 4-5 ਦਿਨ ਚ ਪਹੁੰਚਣ ਵਾਲੇ ਆ, ਟੈਨਸ਼ਨ ਨਾ ਲਓ। ਉਹ ਵੀ ਆਪਾਂ ਆਪਣੇ ਅੱਜ ਵੀ ਜਿਵੇਂ ਪਹਿਲੀ ਵਾਰ ਖੁਲਾਸਾ ਕੀਤਾ FIR ਦਾ ਖੁਲਾਸਾ ਵੀ ਆਪਾਂ ਹਮਦਰਦ ਤੇ ਪਹਿਲੀ ਵਾਰ ਕੀਤਾ ਸੀ, ਤੇ ਫਿਊਚਰ ਖੁਲਾਸੇ ਵੀ ਆਪਾਂ ਹਮਦਰਦ TV ਤੇ ਗਏ। ਅੱਜ ਤੁਸੀਂ ਲਾਇਆ ਕਿ ਭਾਰਤ ਸਰਕਾਰ ਦੇ ਨਾਲ ਵੀ ਉਸਨੇ ਠੱਗੀ ਧੋਖਾਧੜੀ ਕੀਤੀ ਹੈਗੀ ਹੈ, ਭਾਰਤ ਨਾਲ ਇਵਨ ਕੈਨੇਡਾ ਸਰਕਾਰ ਨਾਲ ਵੀ, ਦੋਨਾਂ ਸਰਕਾਰਾਂ ਨਾਲ ਧੋਖਾਧੜੀ ਕੀਤੀ ਹੈ, ਝੂਠ ਬੋਲਿਆ। ਉਹ ਕਿੱਥੋਂ ਬਚੇਗੀ? ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਬੀਇੰਗ ਏ ਲਾਅਮੈਨ ਜੇ ਮੈਂ ਉਸ ਤੋਂ ਅਗਲਾ ਝੂਠ ਬੋਲਾਂਗਾ ਤੇ ਇੱਕ ਕੜਕੀ ਹੋਰ ਆਪਣੇ ਲਈ ਖੜੀ ਕਰ ਲੇਗੀ। ਸਿਆਣੀ ਹੋਏ ਤੇ ਵਾਪਸ ਆ ਜੇ। ਕੀ ਤੁਸੀਂ ਅਮਰੀਕਾ ਦੀ ਅੰਬੈਸੀ ਨੂੰ ਵੀ ਇਹ ਭੇਜੀਆਂ ਸਾਰੀ ਚਿੱਠੀਆਂ? ਅਮਰੀਕਾ ਅੰਬੈਸੀ, ਇੰਡੀਆ 50 ਅੰਬੈਸੀਆਂ, ਆ ਲਓ ਪੜ੍ਹ ਹੀ ਲਓ। ਹਾਈ ਕਮਿਸ਼ਨ ਆਫ ਕੈਨੇਡਾ ਇਨ ਇੰਡੀਆ, USA ਅੰਬੈਸੀ ਇੰਡੀਆ 'ਚ ਸ਼ਾਂਤੀਪਤ ਤੇ ਕੌਂਸੂਲੇਟ ਜਨਰਲ ਆਫ ਇੰਡੀਆ ਟੋਰਾਂਟੋ। ਇਹ ਮੈਂ ਤਿੰਨਾਂ ਨੂੰ ਹੈਡ ਕੀਤਾ ਤੇ ਇਹ ਘੱਟੋ ਘੱਟ 100 ਥਾਂ ਤੇ ਚਿੱਠੀ ਗਈ ਹੈ ਮੇਰੀ, ਅਲੋਂਗ ਵਿਦ ਮੈਰਿਜ ਸਰਟੀਫਿਕੇਟ, ਠੀਕ ਹੈ ਜੀ, ਔਰ ਮੇਰੇ ਸਾਈਨ ਹੈ, ਪਰਿਵਾਰ ਦੇ ਸਾਈਨ ਹੈ। ਮਤਲਬ ਮੈਂ ਕੋਈ ਅਧੂਰਾ ਕੰਮ ਨਹੀਂ ਕੀਤਾ। ਕੋਈ ਵੀ ਇਲੀਗਲ ਡਾਕੂਮੈਂਟ ਦਿੰਦੀ ਹੈ, ਬੜੀ ਲਿਮਿਟਿਡ ਮੈਂ ਚਿੱਠੀ ਲਿਖੀ ਹੈ ਤਾਂ ਕਿ ਪੜ੍ਹ ਲੈਣ, ਔਰ ਸੈਕਸ਼ਨ 420 ਵੀ ਡਿਫਾਈਨ ਕੀਤਾ। ਹੁਣ ਮੇਰੀ ਅਗਲੀ ਜਿੱਦਣ 306 ਅਮੈਂਡ ਹੋ ਗਈ, ਇਹਦੇ 'ਚ 306 ਦੀ ਅਮੈਂਡਮੈਂਟ ਕਰਕੇ ਸੈਕਸ਼ਨ 34 ਤੇ 120 ਦੀ ਵੀ ਅਮੈਂਡਮੈਂਟ ਹੋਏਗੀ, ਉਹਦੀ ਵੀ ਅਮੈਂਡਮੈਂਟ ਕਰਕੇ ਨੈਕਸਟ ਚਿੱਠੀ ਜਾਏਗੀ। ਕੋਰਸਪੋਂਡੈਂਸ ਸਾਰੀ ਉੱਥੇ ਹੀ ਜਾ ਰਹੀ ਹੈ। ਇਹ ਚਿੱਠੀਆਂ ਸਾਰੀਆਂ ਪ੍ਰਿੰਟ ਹੋ ਕੇ ਈਵਨ ਮੇਰੇ ਕੋਲ ਜਿਹੜੀ ਬੇਅੰਤ ਕੌਰ ਦੀ ਸਹੇਲੀ ਦੀ ਚੈਟ ਵੀ ਪਹੁੰਚ ਚੁੱਕੀ ਹੈ। ਸਵਾਲ ਲਓ, ਮੈਂ ਕੱਚੀ ਗੱਲ ਇਹਨੇ ਜ਼ਿਆਦਾ ਕਲੋਜ਼ ਨਾ ਕਰਨਾ। ਬੇਅੰਤ ਕੌਰ ਦੀ ਸਹੇਲੀ ਦੀ ਚੈਟ ਦੇ ਵਿੱਚੋਂ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਜੋ ਤੁਹਾਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ? ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣੇ ਦੋ, ਥੋੜਾ ਜਿਹਾ ਸਬਰ ਹੋਰ ਕਰ ਲਓ, ਦੱਸਾਂਗੇ ਤੁਹਾਨੂੰ ਹੀ ਦੱਸਣਾ ਕਿੱਥੇ ਜਾਣਾ ਮੈਂ। ਪਰ ਫਿਰ ਵੀ ਜੋ ਇਹ ਚੈਟ ਹੈਗੀ ਹੈ ਬੇਅੰਤ ਕੌਰ ਦੇ ਐਂਟੀ ਜਾਂਦੀ ਹੈ, ਹੱਕ ਵਿੱਚ ਜਾਂਦੀ ਹੈ। ਮੇਰੇ ਫਾਇਦੇ ਜ਼ਰੂਰ ਜਾਂਦੀ ਹੈ, ਮੈਨੂੰ ਕਿਸੇ ਦੇ ਐਂਟੀ ਦਾ ਪਤਾ ਨਹੀਂ। ਮੇਰੇ ਫਾਇਦੇ 'ਚ ਜਾਂਦੀ ਹੈ, ਲਵਪ੍ਰੀਤ ਦੇ ਫਾਇਦੇ 'ਚ ਜਾਂਦੀ ਹੈ। ਮਤਲਬ ਸਾਹਿਬ ਜੋ ਕੰਟਰੈਕਟ ਮੈਰਿਜ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਸਿਲਸਿਲਾ, ਆਪਣੇ ਦੇਸ਼ ਦੇ ਵਿੱਚ ਵੀ ਚੱਲ ਰਿਹਾ ਹੈਗਾ। ਕੁੜੀ ਆਇਲਸ ਕੀਤੀ ਹੋਵੇ, 6 ਬੈਂਡ ਚਾਹੀਦੇ ਨੇ, 7 ਬੈਂਡ ਚਾਹੀਦੇ ਨੇ, ਮੁੰਡੇ ਵਾਲੇ ਪੈਸੇ ਲਾਉਂਦੇ ਬਾਹਰ ਭੇਜ ਦਿੰਦੇ ਨੇ ਨਾ, ਤੇ ਇਦਾਂ ਦੇ ਤਾਂ ਕੇਸ ਹੋਰ ਵੀ ਬਹੁਤ ਸਾਰੇ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਜੇ ਇਸ ਮਾਮਲੇ ਦੇ ਵਿੱਚ ਲਵਪ੍ਰੀਤ ਖੁਦਕੁਸ਼ੀ ਮਾਮਲੇ ਦੇ ਵਿੱਚ ਬੇਅੰਤ ਕੌਰ ਡਿਪੋਰਟ ਹੁੰਦੀ ਹੈ, ਉਸ ਨੂੰ ਸਜ਼ਾ ਵੀ ਹੋ ਜਾਂਦੀ ਹੈ ਤੁਹਾਡੇ ਮੁਤਾਬਕ, ਤੇ ਕੀ ਉਸ ਤੋਂ ਬਾਅਦ ਅਜੇ ਜਿਹੜੇ ਕੇਸ ਹੈਗੇ ਨੇ ਉਹ ਰੁਕ ਜਾਣਗੇ, ਸਾਹਮਣੇ ਨਹੀਂ ਆਉਣਗੇ ਉਸ ਤੋਂ ਬਾਅਦ? ਮੇਰੀ ਜਨਤਾ ਜਿਹੜੀ ਹੈ ਨਾ ਲਾਲਚੀ ਹੋ ਗਈ ਕੈਨੇਡਾ ਜਾਣ ਦੀ। ਜੇ ਉਹਦਾ ਲਾਲਚ ਛੱਡ ਦੇਣ ਨਾ ਤਾਂ ਰੁਕਣੇ ਆ। ਕੈਨੇਡਾ ਦਾ ਲਾਲਚ ਨਾ ਇਹਨਾਂ ਨੂੰ ਖਰਾਬ ਕਰੀ ਜਾਂਦਾ। ਇੰਡੀਆ 'ਚ ਓਪਰਚੁਨਿਟੀਜ਼ ਮੁੱਕਣੀਆਂ ਸ਼ੁਰੂ ਹੋ ਗਈਆਂ। ਫੋਰਨ 'ਚ ਚਾਹੇ ਲੇਬਰ ਵੀ ਕਰਦੇ ਆ, ਘਰ ਬਣਾ ਲੈਂਦੇ 10 ਸਾਲਾਂ 'ਚ। ਮੈਨੂੰ ਵਕਾਲਤ ਕਰਦੇ ਆ ਵੀ ਇੰਜੀਨੀਅਰਿੰਗ ਤੋਂ ਬਾਹਰ 20-22 ਸਾਲ ਹੋ ਗਿਆ, ਅੱਜ ਵੀ ਕਿਰਾਏ ਦੇ ਕਰਤੇ ਆ। ਸੋ ਉਹ ਲਾਲਚ ਜ਼ਰੂਰ ਜਗਾਉਂਦਾ ਹੈ ਕਿ ਔਰ ਸਹੀ ਉਮਰ ਵੀ 21-22 ਸਾਲ ਦੀ ਉਮਰ 'ਚ ਜਾ ਕੇ 5-4 ਸਾਲ ਪਰੇਸ਼ਾਨ ਹੋ ਕੇ ਧੱਕੇ ਖਾ ਕੇ ਮੈਂ ਕਹੂੰਗਾ ਫਿਰ ਵੀ ਐਸਟੈਬਲਿਸ਼ ਹੋ ਜਾਂਦੇ ਨੇ। ਸੋ ਓਪਰਚੁਨਿਟੀ ਕਾਸਟ ਜਿਹੜੀ ਹੈ ਉੱਥੇ ਬਹੁਤ ਵਧੀਆ ਹੈ ਕਿ ਮੌਕੇ ਨਾਲ, ਔਰ ਜਿੰਨੀ ਛੋਟੀ ਲੇਬਰ ਹੈ, ਇੱਕ ਮਿਡਲ ਤੋਂ ਥੱਲੇ ਜਿੰਨੀ ਲੇਬਰ ਹੈ, ਲੇਬਰ ਕਲਾਸ ਕੰਮ ਕਰਦੇ ਉਹਦੇ ਪੈਸੇ ਬਹੁਤ ਜ਼ਿਆਦਾ ਹੈ, ਜਾਂ ਫਿਰ ਹਾਈ ਐਂਡ ਤੇ ਪੈਸੇ ਜ਼ਿਆਦਾ, ਵਕਾਲਤ ਦੇ ਵੀ ਪੈਸੇ ਬਹੁਤ ਨੇ, ਡਾਕਟਰੀ ਦੇ ਬਹੁਤ ਨੇ। ਸੋ ਲੋਕ ਉੱਥੇ ਜਾ ਕੇ ਲੇਬਰ ਕਰ ਲੈਂਦੇ, ਜਲੇਬੀਆਂ ਤਲ ਲੈਂਦੇ ਨੇ, ਕਿਸੇ ਹੋਟਲ ਰੈਸਟੋਰੈਂਟ 'ਚ ਕੰਮ ਕਰ ਲੈਂਦੇ ਨੇ ਤੇ ਪੈਸੇ ਬਣ ਜਾਂਦੇ ਨੇ, ਪੀਜ਼ਾ ਦੀ ਦੁਕਾਨ ਤੇ ਕੰਮ ਕਰ ਲੈਂਦੇ ਨੇ। ਜਿੰਨੇ ਬੱਚੇ ਨੇ ਜ਼ਿਆਦਾਤਰ ਸਟੋਰਾਂ ਤੇ ਇਹੋ ਹੀ ਲੇਬਰ ਜੌਬ ਕਰਦੇ ਨੇ। ਸੋ ਇੱਕ ਸਵਾਲ ਜਨਤਾ ਵੀ ਜਾਨਣਾ ਚਾਹੁੰਦੀ ਹੈ, ਇਹ ਮੰਨਿਆ ਜਾ ਰਿਹਾ ਕਿ ਉੱਥੇ ਲਵਪ੍ਰੀਤ ਦੇ ਨਾਲ ਕੋਈ ਲੜਕਾ ਹੈਗਾ ਤੇ ਬੇਅੰਤ ਕੌਰ ਦੇ ਨਾਲ ਉੱਥੇ ਕੋਈ ਲੜਕਾ ਹੈਗਾ, ਤੇ ਉਹ ਜਿਹੜਾ ਲੜਕਾ ਹੈਗਾ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਉਹਦੀ ਇਨਵੋਲਵਮੈਂਟ ਕਿਤੇ ਸਾਹਮਣੇ ਆ ਰਹੀ ਹੈ? ਦੇਖੋ ਜੀ, ਦੋਸ਼ੀ ਤੇ ਉਹ ਵੀ ਬਣੇਗਾ। ਰਾਜਵੀਰ ਸਿੰਘ ਉਹਦਾ ਨਾਮ ਹੈ ਖਲ, ਹਾਂਜੀ, ਦੋਸ਼ੀ ਤੇ ਉਹ ਬਣੇਗਾ। ਟਾਈਮ ਆਉਣ ਦਿਓ, ਸਬੂਤ ਆਉਣ ਦਿਓ, ਹਰ ਚੀਜ਼ ਕਰਾਂਗੇ। ਦੇਖੋ ਮੈਂ ਬਾਰ-ਬਾਰ ਕਹਿ ਚੁੱਕਾ, ਪਰਿਵਾਰ ਵੀ ਬਾਰ-ਬਾਰ ਕਹਿ ਚੁੱਕਾ। ਦੋਸ਼ੀ ਕਿਉਂ ਬਣੇਗਾ? ਉਹਦੇ ਕੀ ਵੱਡੇ ਤੁਹਾਨੂੰ ਲੱਗਦਾ ਹੈ ਕਿ ਇਹ ਕਾਰਨ ਹੈਗੇ ਨੇ ਜਿਸ ਕਰਕੇ ਉਸ ਨੂੰ ਇਸ ਮਾਮਲੇ 'ਚ ਘੜੀਸਿਆ ਜਾ ਸਕਦਾ ਹੈ? ਇਸ ਕਰਕੇ ਘੜੀਸਿਆ ਜਾ ਸਕਦਾ ਹੈ ਕਿ ਬੇਅੰਤ ਕੌਰ ਦਾ ਸਾਥ ਦੇਣ ਵਾਲਾ ਬੰਦਾ ਉਹੀ ਹੈ, ਤੇ ਜਿਹੜਾ ਬੰਦਾ ਕਿਸੇ ਕ੍ਰਿਮੀਨਲ ਦਾ ਸਾਥ ਦੇਵੇ
ਇਮੋਸ਼ਨਲੀ, ਸੋਸ਼ਲੀ, ਫਾਈਨੈਂਸ਼ਲੀ ਜਾਂ ਲੀਗਲੀ, ਮਤਲਬ ਇਲੀਗਲੀ ਉਹ ਦੋਸ਼ੀ ਹੈ। ਮੈਂ ਮੋਟਰਸਾਈਕਲ ਸਟਾਰਟ ਕਰਕੇ ਬੈਠਾ ਸੀ, ਤੁਸੀਂ ਗਏ ਬੈਂਕ ਲੁੱਟਣ, ਇਹਦਾ ਮਤਲਬ ਇਹ ਥੋੜੀ ਕਿ ਸੁਨੀਲ ਮੱਲਨ ਨੂੰ ਤੁਸੀਂ ਦੋਸ਼ੀ ਨਹੀਂ ਪੁਲਿਸ ਕਰਾਰ ਦੇਗੀ। ਜੇ ਮੈਂ ਮੋਟਰਸਾਈਕਲ ਹੀ ਨਾ ਸਟਾਰਟ ਕਰਕੇ ਬਾਹਰ ਖਲੋਤਾ ਹਾਂ, ਤੁਹਾਡੀ ਚੋਰੀ ਕਰਨ ਨੂੰ ਹਿੰਮਤ ਨਹੀਂ ਪੈ ਸਕਦੀ। ਰਵਦੀਪ ਉਹਨੂੰ ਆਪਣਾ ਮੋਢਾ ਹੀ ਨਾ ਦਵੇ ਕਿ ਲੈ ਮੈਂ ਤੇਰਾ ਸਾਥ ਨਹੀਂ ਦਿੰਦਾ, ਤੇ ਫਿਰ ਡੈਫੀਨੇਟਲੀ ਉਹਦਾ ਰੁਝਾਨ ਆਪਣੇ ਘਰ ਵਾਲੇ ਵੱਲ ਰਹਿਣਾ ਸੀ ਨਾ। ਤੁਸੀਂ ਹੁਣ ਤੱਕ ਫਿਰ ਉਸ ਦੇ ਬਾਰੇ ਕੋਈ ਕਦਮ ਚੁੱਕਿਆ? ਕੀ ਕਦਮ ਚੁੱਕਿਆ? ਇਹ ਵੀ ਰਾਜ ਰਹਿਣ ਦਿਓ ਥੋੜਾ ਜਿਹਾ, ਆ ਲੈਣ ਦਿਓ ਟਾਈਮ। ਦੇਖੋ ਅੱਜ ਤੱਕ ਆਪਾਂ ਜਿੰਨੇ ਖੁਲਾਸੇ ਕੀਤੇ ਇੱਟ ਵਰਗੇ ਪੱਕੇ ਕੀਤੇ, ਆਪਾਂ ਕੋਈ ਉਹ ਯੂਟਿਊਬਰ ਬੇਵਕੂਫ ਜੇ ਨਹੀਂ ਬੰਦੇ ਹੈਗੇ ਕਿ ਐਵੇਂ ਖੜੇ ਹੋ ਜੀ ਉਹਦੇ ਕੱਚ ਨਾ। ਸਾਨੂੰ ਨਾਂ ਦੀ ਲੋੜ ਹੈ, ਨਾ ਪ੍ਰਸਿੱਧੀ ਦੀ ਲੋੜ। ਲਾਲਾ ਸਾਹਿਬ, ਤੁਸੀਂ ਜਿਹੜੇ ਬਾਹਰ ਦੀਆਂ ਐਮਬੈਸੀਆਂ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ, ਇੱਥੋਂ ਤੱਕ ਕਿ ਤੁਸੀਂ ਪਿੱਛੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਤੁਸੀਂ ਇੱਥੋਂ ਚਿੱਠੀ ਲਿਖੀ ਸੀ। ਕਮਲ ਖੇਰਾ ਮੈਡਮ, ਮੰਨ ਲਓ ਮੇਰੇ ਰਫ ਪੇਜ ਹੈ ਸਾਹਮਣੇ, ਰਫ ਪੇਜ ਹੀ ਪਿਆ ਜੀ ਮੇਰਾ ਕਾਚਾ ਮਚਾ, ਮੈਂ ਨੰਬਰ ਤੇ ਉਂਗਲ ਰੱਖ ਲੈਣਾ। ਮੈਡਮ ਕਮਲ ਖੇਰਾ MP ਨੇ ਜਿੱਥੇ ਬੇਨਤ ਕਰ ਰਹੀ ਹੈ, ਤੇ ਥੋੜਾ ਜਿਹਾ ਜਸਟਿਨ ਟਰੂਡੋ ਸਰ ਦਾ ਜਿਹੜਾ ਫੈਕਸ ਨੰਬਰ ਹੈ ਮੈਂ ਦਿਖਾ ਦਿੰਦਾ ਪਬਲਿਕ ਨੂੰ। ਮੇਰੇ ਤੇ ਰਫ ਵਰਕ ਤੇ ਵੀ ਇਹੋ ਕੰਮ ਚੱਲਦਾ ਹੈ। ਤੁਸੀਂ ਚਿੱਠੀਆਂ ਤਾਂ ਪਾ ਦਿੱਤੀਆਂ, ਅੱਗੋਂ ਰਿਪਲਾਈ ਕਿਹੜੀ ਕੰਟਰੀ ਤੋਂ ਆਇਆ ਤੇ ਕੀ ਰਿਪਲਾਈ ਦੇ ਵਿੱਚ ਆਇਆ? ਮੋਸਟ ਆਫ ਦੀ ਕੰਟਰੀ ਨੇ ਰਿਪਲਾਈ ਦਿੱਤਾ, ਮੇਰੀ ਮੇਲ ਦਾ ਮੈਨੂੰ ਥੈਂਕ ਯੂ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹੋ ਜਿਹੇ ਮੈਟਰ ਬੜੇ ਸੀਰੀਅਸਲੀ ਲੈਂਦੇ ਹਾਂ, ਤੁਸੀਂ ਸਾਨੂੰ ਅਪਡੇਟ ਕਰਦੇ ਰਹੋ ਜਦੋਂ ਤੁਹਾਡੇ ਕੋਲ ਜੋ ਨੈਕਸਟ ਇਨਫੋਰਮੇਸ਼ਨ ਆਉਂਦੀ ਹੈ। ਅਖੀਰ ਦੇ ਵਿੱਚ ਤੁਸੀਂ ਮੱਲਨ ਸਾਹਿਬ ਕੀ ਕਹਿਣਾ ਚਾਹੋਗੇ? ਮਤਲਬ ਇਹ ਗੱਲ ਮੈਨੂੰ ਸ਼ੋਭਾ ਨਹੀਂ ਦਿੰਦੀ ਵੀ ਮੈਂ ਗੱਤੋਂ ਘਸੀਟ ਕੇ ਲਿਆਉਂਗਾ, ਉਹ ਸ਼ਬਦ ਤੇ ਮੈਂ ਨਹੀਂ ਵਰਤਾਂਗਾ, ਪਰ ਇੱਕ ਗੱਲ ਜ਼ਰੂਰ ਕਰਨਾ, ਚਾਹੇ ਮੁੰਡਾ ਹੁੰਦਾ ਉੱਧਰ ਤੇ ਚਾਹੇ ਹੁੰਦੀ ਕੁੜੀ, ਇਹੋ ਜਿਹਾ ਗਲਤ ਕੰਮ ਕਰਨ ਵਾਲੇ ਨੂੰ ਬਖਸ਼ਾਂਗਾ ਨਹੀਂ, ਔਰ ਖਿੱਚ ਕੇ ਲਿਆਵਾਂਗਾ, ਧਰੂ ਕੇ ਲਿਆਵਾਂਗਾ ਕਾਨੂੰਨੀ ਰਸਤੇ ਨਾਲ। ਹੱਥ ਦੀ ਚਪੇੜ ਮੈਂ ਨਹੀਂ ਮਾਰ ਸਕਦਾ, ਮੈਨੂੰ ਆਉਂਦੀ ਨਹੀਂ ਮਾਰਨੀ, ਮੈਂ ਖਾ ਕੇ ਆ ਸਕਦਾ, ਪਰ ਮੇਰੀ ਇਹ ਕਲਮ ਬਹੁਤ ਤਿੱਖੀ ਹੈ, ਬਹੁਤ ਤਿੱਖੀ ਹੈ, ਔਰ ਕਾਨੂੰਨ ਦੀ ਕਲਮ ਉਸ ਤੋਂ ਤਿੱਖੀ ਹੈ, ਪਾਵਰ ਹੈ ਉਹਦੇ ਕੋਲ। ਔਰ ਜ਼ਰੂਰ ਤੇ ਜ਼ਰੂਰ ਬੇਅੰਤ ਕੌਰ ਵਾਪਸ ਆਏਗੀ, ਔਰ ਉਹੋ ਜਿਹੇ ਹੋਰ ਕਈ ਬੰਦੇ ਵੀ ਆਉਣਗੇ। ਯਾਦ ਰੱਖਿਓ ਮੇਰੀ ਗੱਲ, ਤੂੰ ਕਿਤੇ ਨਾ ਕਿਤੇ ਕੁੜੀਏ ਮੈਨੂੰ ਸੁਣਦੀ ਪਈ ਐ, ਵੇਖਦੀ ਪਈ ਐ, ਯਾਦ ਰੱਖੀ ਮੇਰੀਆਂ ਗੱਲਾਂ ਨੂੰ। ਤੈਨੂੰ ਖਤਰਾ ਕੋਈ ਨਹੀਂ ਮੇਰੇ ਤੋਂ, ਪਰ ਕਾਨੂੰਨ ਦੇ ਤਰੀਕੇ ਨਾਲ ਜੋ ਤੇਰੇ ਤੇ ਕਾਰਵਾਈ ਬਣਦੀ ਹੋਊਗੀ ਅੰਤ ਤੱਕ ਕਰੂੰਗਾ। ਤਾਂ ਕਰਕੇ ਮੈਂ ਇਹਦਾ ਨਾਮ ਮਿਸ਼ਨ ਅੰਤ ਰੱਖਿਆ, ਔਰ ਕਈ ਹੋਰ ਚੀਜ਼ਾਂ ਦਾ ਅੰਤ ਹੋਏਗਾ, ਕਈ ਹੋਰ ਬੇਈਮਾਨੀਆਂ ਦਾ ਅੰਤ ਹੋਏਗਾ। ਇਹ ਮੇਰਾ ਵਾਅਦਾ ਹੈ ਪੰਜਾਬ ਦੀ ਜਨਤਾ ਨੂੰ। ਜਨਤਾ ਦੀ ਅਦਾਲਤ 'ਚ ਇਹ ਕੇਸ ਨਾ 3 ਅਦਾਲਤਾਂ 'ਚ ਚੱਲਦਾ ਪਿਆ, ਇੱਕ ਜਨਤਾ ਦੀ ਅਦਾਲਤ 'ਚ, ਇੱਕ ਰੱਬ ਦੀ ਅਦਾਲਤ 'ਚ, ਤੇ ਇੱਕ ਕਾਨੂੰਨ ਦੀ ਅਦਾਲਤ 'ਚ, ਤੇ ਤਿੰਨੋਂ ਪਰਮਾਤਮਾ ਫੇਵਰ 'ਚ ਦੇ ਰਿਹਾ। ਧਮਕੀਆਂ ਦੇ ਫੋਨ ਵੀ ਆ ਰਹੇ ਆ ਮੈਨੂੰ, ਥ੍ਰੈਟ ਵੀ ਆ ਰਹੀ ਹੈ, ਪਰ ਮੈਂ ਇੱਕੋ ਗੱਲ ਕਹਿੰਦਾ ਵੀ ਲੱਖ ਬੰਦਾ ਮੈਨੂੰ ਆਸ਼ੀਰਵਾਦ ਦੇਣ ਵਾਲਾ, ਆਪਣੀਆਂ ਅਰਦਾਸਾਂ 'ਚ ਯਾਦ ਕਰਨ ਵਾਲਾ, ਤੇ 2-4 ਬੰਦੇ ਜੇ ਧਮਕੀਆਂ ਦੇ ਦੇਣ ਜਾਂ ਮੇਰੀ ਗਲਤ ਵੀਡੀਓ ਬਣਾ ਲੈਣ YouTube ਤੇ ਪਾ ਦੇਣ, ਫਰਕ ਨਹੀਂ ਪੈਂਦਾ। ਇੰਨੇ ਕੁ ਨਾਲ ਕੀ ਫਰਕ ਪੈਣਾ ਭਾਜੀ? ਸੋ ਲੱਖਾਂ ਕਰੋੜਾਂ ਵਿਊਜ਼ ਮਿਲਦੇ ਨੇ, ਉਹ ਪਿਆਰ ਦਿੰਦੇ ਨੇ ਮੈਨੂੰ, ਮੈਸੇਜ ਆਉਂਦੇ ਨੇ, ਫੋਨ ਕਰਦੇ ਨੇ, ਮੈਂ ਉਹਨਾਂ ਸਾਰਿਆਂ ਦਾ, ਭੈਣ ਭਰਾਵਾਂ ਦਾ ਧੰਨਵਾਦ ਕਰਦਾ। ਰੋਹਿਣੀ ਹੈ, ਰੇਨੂ ਹੈ, ਕਮਲਜੀਤ ਮੁੰਡਾ, ਬੜੇ ਜਾਣੇ ਨੇ ਜੀ। ਅੱਜ ਵੀ ਸਵੇਰ ਦੇ ਬਸ ਉਹ 70 ਕੁ ਮੈਸੇਜ ਤੇ ਸਵੇਰੇ ਆ ਗਏ। ਸੋ ਵਾਅਦਾ ਰਿਹਾ ਮੇਰਾ, ਕਾਨੂੰਨ ਦੀ ਉਹ ਕੋਈ ਕੜੀ ਨਹੀਂ ਬਚੇਗੀ ਜਿਹੜੀ ਇਸ ਕੇਸ ਕੀ ਕਿਸੇ ਵੀ ਕੇਸ 'ਚ ਬਿਨਾ ਬੋਲੇ ਛੱਡ ਦਿੱਤੀ ਜਾਏਗੀ। ਜਿਹੜੀ ਬਣਦੀ ਹੋਏਗੀ ਬੋਲੀ ਜਾਏਗੀ, ਔਰ ਉਹਦੇ ਤੇ ਪਹਿਰਾ ਦਿੱਤਾ ਜਾਏਗਾ। ਔਰ ਕਛੂਆ ਤੇ ਖਰਗੋਸ਼ ਇਕੱਠੇ ਹੋ ਚੁੱਕੇ ਨੇ ਹੁਣ, ਤੇ ਜਦੋਂ ਥੱਕ ਜਾਏਗਾ ਕਛੂਆ ਤੇ ਖਰਗੋਸ਼ ਦੇ ਪਿੱਠ ਤੇ ਬਹਿ ਜਾਾਂਗੇ, ਜਦੋਂ ਖਰਗੋਸ਼ ਥੱਕ ਜਾਏਗਾ ਤਾਂ ਕਛੂਏ ਦੀ ਪਿੱਠ ਤੇ ਬਹਿ ਜਾਾਂਗੇ, ਜਿੱਥੇ ਪਾਣੀ ਆਏਗਾ ਕਛੂਏ ਦੀ ਪਿੱਠ ਤੇ ਬਹਿ ਕੇ ਪਾਣੀ ਵੀ ਪਾਰ ਕਰ ਲਾਂਗੇ। ਕਦ ਤੱਕ ਲੱਗ ਰਿਹਾ ਹੁਣ ਬੇਅੰਤ ਕੌਰ ਨੂੰ ਤੁਸੀਂ ਰਿਪੋਰਟ ਕਰਕੇ ਤੇ ਕੈਨੇਡਾ ਤੋਂ ਭਾਰਤ ਲਿਆਓਗੇ? ਕਰਨਾ ਭਾਜੀ, ਗਰੀਬ ਆਦਮੀ ਵਿਚਾਰਾ, ਇੱਕ ਨਿੱਕੇ ਜਿਹੇ ਕਿਰਾਏ। ਫਿਰ ਵੀ ਤੁਹਾਨੂੰ ਕਦ ਤੱਕ ਲੱਗਦਾ ਹੈ ਕਿ ਹੁਣ ਜਿਵੇਂ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ ਸਾਹਮਣੇ ਲਾਪਰੀ ਦੀ, ਤੇ ਕਦ ਤੱਕ ਰਿਪੋਰਟ ਕਰ ਸਕੋਗੇ? ਕੀ ਭਰੋਸਾ? ਤੁਸੀਂ ਕਹਿ ਤਾਂ ਰਹੇ ਹੋ ਵਾਰ-ਵਾਰ ਕਿ ਬੇਅੰਤ ਕੌਰ ਨੂੰ ਰਿਪੋਰਟ ਹਰਗਿਜ਼ ਤੁਸੀਂ ਕਰਵਾ ਕੇ ਹਟੋਗੇ ਨਾ, ਤੇ ਬੇਅੰਤ ਕੌਰ ਨੂੰ ਕਦ ਤੱਕ ਤੁਸੀਂ ਕੈਨੇਡਾ ਤੋਂ ਭਾਰਤ ਲਿਆਓਗੇ? जो मजा इंतजार में है मुलाकात में नहीं, थोड़ा सा सब्र, थोड़ी सी इंतजार, सच आएगा सामने बहुत जल्दी, बहुत जल्दी। क्योंकि कानून का प्रोसैस है, ठगी का, बेईमानी का, जुत्ती वाला प्रोसैस नहीं भी कॉलर फड़ के तो मैं तुक के अंदर धुन लेना। नो 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 नो, कागज कलम जी कागज से चलनी है, तो उस कागज ने उन्होंने तोड़ लेना। उत्थों वर्क परमिट उन्हें अप्लाई किया, रैड फ्लैग लग गया। ਜਦੋਂ ਉਹਨੇ ਬਾਰਡਰ 'ਚ ਜਾਣਾ, ਉਹਨਾਂ ਨੇ ਪੁੱਛਣਾ, ਹਾਂ ਵੀ ਬੀਬੀ ਇਹ ਮਿਸਟਰ ਮੱਲਨ की चिट्ठी आई है, तुम्हारे ऊपर 420 है, क्या बोलती हो? तूने अपने आप ਨੂੰ ਕੁਆਰੀ ਲਿਖਾਇਆ, ਕੀ ਕਹਿੰਨੀ ਹੈ? ਮਿਸ ਰਿਪਰੈਜ਼ੈਂਟੇਸ਼ਨ ਕਲੀਅਰ ਹੈ। ਅਸ਼ੋਕ ਅਰੋੜਾ ਜੀ ਵੀ ਲੱਗੇ ਨੇ ਪੂਰੇ ਜੋਰਾਂ ਸ਼ੋਰਾਂ ਨਾਲ। ਉਹ ਕਹੇਗੀ ਮੈਂ ਤਾਂ ਇੱਕ ਵਾਰੀ ਫਿਰ ਉੱਥੇ ਵਿਆਹ ਦਾ ਸਰਟੀਫਿਕੇਟ ਕਿੱਥੋਂ ਆਇਆ? ਵੈਰੀਫਿਕੇਸ਼ਨ ਪੁਲਿਸ ਨੇ ਪੁਸ਼ਟੀ ਕੀਤੀ FIR 'ਚ ਵਾਈਫ ਆਫ ਲਿਖਿਆ, ਪੜ੍ਹਾ ਦਿੰਦਾ FIR।
ਜੇ ਸਰਕਾਰੀ ਰਿਕਾਰਡ ਤੇ ਵਾਈਫ ਆਫ ਹੈ ਤੇ ਉਹ ਕਿੱਦਾਂ ਮੁੱਕਰ ਜੇਗੀ? ਉਹ ਕਹਿਣਗੇ ਠੀਕ ਹੈ ਪੁਲਿਸ ਵੈਰੀਫਿਕੇਸ਼ਨ ਦੁਬਾਰਾ ਕਰਾ ਲਓ। ਜਦੋਂ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਆਏਗੀ, ਪਾਸਪੋਰਟ 'ਚ ਲਿਖਿਆ ਜਾਏਗਾ ਕਿ ਇਹਦੇ ਤੇ ਐਫਆਈਆਰ ਵੀ ਦਰਜ ਹੈ ਤੇ ਉਹਦੀ ਪਤਨੀ ਵੀ ਹੈ, ਕਿੱਥੋਂ ਬਚ ਜਾਏਗੀ? 4 ਮਹੀਨੇ ਵੱਧ ਲੱਗ ਜਾਣਗੇ। ਪਰ ਉਹ ਆਪਣੀ ਟਿਕਟ ਖਰਚ ਕੇ ਹੀ ਆ ਜਾਏਗੀ, ਡੀਪੋਰਟ ਵੀ ਆਪਣੀ ਟਿਕਟ ਤੇ ਹੀ ਹੋਣੀ ਹੈ, ਚਿੰਤਾ ਨਾ ਕਰੋ। ਮਤਲਬ ਸਭ ਗੱਲਬਾਤ ਕਰਨ ਤੁਹਾਡਾ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਜੀ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਲਵਪ੍ਰੀਤ ਦੇ ਐਡਵੋਕੇਟ ਸੁਨੀਲ ਮੱਲਨ ਜੀ, ਉਹਨਾਂ ਦੇ ਪਰਿਵਾਰ ਦੀ ਮਦਦ ਕਰ ਰਹੇ ਨੇ ਤੇ ਖਾਸ ਗੱਲ ਇਹ ਵੀ ਹੈਗੀ ਕਿ ਪਰਿਵਾਰ ਤੋਂ ਕੋਈ ਪੈਸਾ ਨਹੀਂ ਲੈ ਰਹੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਇਹ ਰੁਝਾਨ ਚੱਲ ਪਿਆ, ਇਸ ਕਰਕੇ ਇਸ ਮਾਮਲੇ ਨੂੰ ਅੱਜ ਗੰਭੀਰਤਾ ਦੇ ਨਾਲ ਲੈਣਾ ਹੈਗਾ। ਸੋ ਲਵਪ੍ਰੀਤ ਖੁਦਕੁਸ਼ੀ ਮਾਮਲੇ ਦੇ ਵਿੱਚ 2 ਮਹੀਨਿਆਂ ਬਾਅਦ ਜਿਹੜੀ ਹੈਗੀ ਹੈ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਲਵਪ੍ਰੀਤ ਦੀ, ਤੇ ਉਹਦੇ ਵਿੱਚ ਜਿਹੜਾ ਖੁਲਾਸਾ ਇਹ ਹੋ ਰਿਹਾ ਕਿ ਜ਼ਹਿਰੀਲਾ ਪਦਾਰਥ, ਜਿਹੜੀ ਜ਼ਹਿਰੀਲੀ ਸਪਰੇਅ ਹੁੰਦੀ ਹੈ ਖੇਤਾਂ ਦੇ ਵਿੱਚ ਛਿੜਕੀ ਜਾਂਦੀ ਹੈ, ਉਹ ਪੀਣ ਕਰਕੇ ਜਿਹੜੀ ਲਵਪ੍ਰੀਤ ਦੀ ਮੌਤ ਹੋਈ ਹੈ। ਤੇ ਲਵਪ੍ਰੀਤ ਦੀ ਜਿਹੜੀ ਪਤਨੀ ਹੈਗੀ ਹੈ ਬੇਅੰਤ ਕੌਰ, ਉਹ ਹਾਲੇ ਵੀ ਕੈਨੇਡਾ ਦੀ ਧਰਤੀ ਉੱਤੇ ਹੈ ਤੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਹਾਲੇ ਤੱਕ ਉਸਨੇ ਇੱਕ ਵਾਰ ਵੀ ਗੇੜਾ ਇੱਥੇ ਨਹੀਂ ਮਾਰਿਆ, ਅਫਸੋਸ ਉਸ ਨਾਲ ਜ਼ਾਹਰ ਨਹੀਂ ਕੀਤਾ। ਲੋਕਾਂ ਦੇ ਵਿੱਚ ਵੀ ਬੇਅੰਤ ਕੌਰ ਦੇ ਵਿਰੁੱਧ ਲਗਾਤਾਰ ਜਿਹੜਾ ਗੁੱਸਾ ਹੈਗਾ ਉਹ ਵੱਧਦਾ ਹੀ ਜਾ ਰਿਹਾ ਹੈ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਹੁਣ ਲਵਪ੍ਰੀਤ ਤੇ ਉਸ ਦੇ ਪਰਿਵਾਰ ਨੂੰ ਕਦੋਂ ਮਿਲੇਗਾ ਇਨਸਾਫ। ਕੈਮਰਾਮੈਨ ਵੇਦ ਰਾਮ ਦੇ ਨਾਲ ਮੈਨੂੰ ਅਮਨ ਮੋਹਨ ਮੁਜਾਲ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਸਤਿ ਸ਼੍ਰੀ ਅਕਾਲ। ਕਲੀਅਰ ਹੋ ਗਿਆ।